ਗਤੀ ਵਿੱਚ ਹੁੰਦੀਆਂ ਹਨ, ਉਹਨਾਂ ਵਿੱਚ ਸੰਵੇਗ ਹੁੰਦਾ ਹੈ। ਇਸ ਦੀ ਮਾਤਰਾ ਅਤੇ ਦਿਸ਼ਾ ਹੁੰਦੀ ਹੈ। ਸੰਵੇਗ ਦੀ ਦਿਸ਼ਾ ਵੇਗ ਦੀ ਦਿਸ਼ਾ ਵਾਲੀ ਹੀ ਹੁੰਦੀ ਹੈ। ਬੱਚਿਓ, ਤੁਹਾਡਾ ਅੱਜ ਦੇ ਵਿਸ਼ੇ ਸੰਵੇਗ ਵਿੱਚ ਸਵਾਗਤ ਹੈ। ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਸੰਵੇਗ ਕਿਉਂ ਪੜ੍ਹਦੇ ਹਾਂ। ਇਸ ਬਾਰੇ ਸਾਨੂੰ ਵੇਗ ਅਤੇ ਪ੍ਰਵੇਗ ਵਿੱਚ ਦਿਲਚਸਪੀ ਲੈਣੀ ਪਵੇਗੀ। ਅੱਜ ਅਸੀਂ ਸਭ ਕੁਝ ਸੰਵੇਗ ਬਾਰੇ ਵਿਚਾਰ ਕਰਾਂਗੇ। ਸਾਡੀਆਂ ਕਿਹੜੀਆਂ-ਕਿਹੜੀਆਂ ਲੋੜਾਂ ਸੰਵੇਗ ਪੜ੍ਹ ਕੇ ਹੱਲ ਹੁੰਦੀਆਂ ਹਨ। ਅੱਜ ਦੇ ਵਿਸ਼ੇ ਵਿੱਚ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਅਤੇ ਹੋਰ ਬਹੁਤ ਕੁਝ ਵਿਚਾਰ ਕਰਾਂਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਇਸ ਵਿਸ਼ੇ ਨੂੰ ਪੜ੍ਹਨ ਦੇ ਉਦੇਸ਼। ਇਸ ਵਿਸ਼ੇ ਦੇ ਪੂਰਾ ਹੋਣ ਤੇ ਅਸੀਂ ਇਹ ਜਾਣ ਸਕਾਂਗੇ। ਸਰਲ ਰੇਖੀ ਸੰਵੇਗ ਦੀ ਪਰਿਭਾਸ਼ਾ। ਸੰਵੇਗ ਦਾ ਗਣਿਤਕ ਸੂਤਰ ਲਿਖਣਾ। ਬਲ ਅਤੇ ਸੰਵੇਗ ਦੀਆਂ ਇਕਾਈਆਂ ਵਿੱਚ ਅੰਤਰ ਕਰਨਾ। ਸੰਵੇਗ ਦੇ ਰੂਪ ਵਿੱਚ ਨਿਊਟਨ ਦੀ ਗਤੀ ਦਾ ਦੂਸਰਾ ਨਿਯਮ ਲਿਖਣਾ। ਤੁਸੀਂ ਸੰਵੇਗ ਬਾਰੇ ਬਹੁਤ ਥੋੜਾ ਪੜ੍ਹਿਆ ਹੈ। ਸੰਵੇਗ ਸ਼ਬਦ ਦੀ ਜ਼ਿਆਦਾ ਵਰਤੋਂ ਸਪੋਰਟਸ ਵਿੱਚ ਕੀਤੀ ਜਾਂਦੀ ਹੈ। ਜਿਸ ਟੀਮ ਕੋਲ ਸੰਵੇਗ ਹੁੰਦਾ ਹੈ ਉਸ ਨੂੰ ਰੋਕਣ ਲਈ ਬਲ ਲਗਾਉਣਾ ਪੈਂਦਾ ਹੈ, ਪਰ ਜਿਸ ਟੀਮ ਵਿੱਚ ਬਹੁਤ ਜ਼ਿਆਦਾ ਸੰਵੇਗ ਹੈ ਉਸ ਨੂੰ ਰੋਕਣਾ ਬਹੁਤ ਔਖਾ ਹੈ। ਭੌਤਿਕ ਵਿਗਿਆਨ ਦੀ ਭਾਸ਼ਾ ਵਿੱਚ ਸੰਵੇਗ ਦੀ ਪਰਿਭਾਸ਼ਾ ਨੂੰ ਪੜ੍ਹਦੇ ਹਾਂ। ਭੌਤਿਕ ਵਿਗਿਆਨ ਅਨੁਸਾਰ ਸੰਵੇਗ ਕਿਸੇ ਵਸਤੂ ਵਿੱਚ ਮੌਜੂਦ ਵੇਗ ਦੀ ਮਾਤਰਾ ਨੂੰ ਕਹਿੰਦੇ ਹਨ। ਸਪੋਰਟਸ ਟੀਮ ਜਿਸ ਵਿੱਚ ਵੇਗ ਹੋਵੇ ਤਾਂ ਉਸ ਦਾ ਸੰਵੇਗ ਵੀ ਹੁੰਦਾ ਹੈ। ਜੇ ਕੋਈ ਵਸਤੂ ਗਤੀ ਵਿੱਚ ਹੋਵੇ ਤਾਂ ਉਸ ਵਿੱਚ ਸੰਵੇਗ ਹੁੰਦਾ ਹੈ। ਸੰਵੇਗ ਨੂੰ ਗਤੀ ਜਾਂ ਪੁੰਜ ਕਿਹਾ ਜਾਂਦਾ ਹੈ ਕਿਉਂਕਿ ਸਾਰੀਆਂ ਵਸਤੂਆਂ ਦਾ ਪੁੰਜ ਹੁੰਦਾ ਹੈ ਅਤੇ ਜੇ ਉਹ ਗਤੀ ਵਿੱਚ ਹੋਣ ਤਾਂ ਉਸ ਦਾ ਸੰਵੇਗ ਹੁੰਦਾ ਹੈ। ਇਸ ਲਈ ਇਸ ਨੂੰ ਪੁੰਜ ਦੀ ਗਤੀ ਕਿਹਾ ਜਾਂਦਾ ਹੈ। ਕਿਸੇ ਵਸਤੂ ਦੇ ਸੰਵੇਗ ਦੀ ਮਾਤਰਾ ਦੋ ਕਾਰਕਾਂ ਤੇ ਨਿਰਭਰ ਕਰਦੀ ਹੈ ਕਿ ਕੋਈ ਵਸਤੂ ਕਿੰਨੇ ਵੇਗ ਨਾਲ ਜਾ ਰਹੀ ਹੈ ਅਤੇ ਕਿੰਨੀ ਤੇਜ਼ ਗਤੀ ਨਾਲ ਜਾ ਰਹੀ ਹੈ। ਸੰਵੇਗ ਪੁੰਜ ਅਤੇ ਵੇਗ ਤੇ ਨਿਰਭਰ ਕਰਦਾ ਹੈ। ਸਮੀਕਰਨ ਅਨੁਸਾਰ ਕਿਸੇ ਵਸਤੂ ਦਾ ਸੰਵੇਗ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੈ। ਜੇ P, M ਅਤੇ V ਸੰਵੇਗ, ਪੁੰਜ ਅਤੇ ਵੇਗ ਦੇ ਸੰਕੇਤ ਹਨ ਤਾਂ ਸੰਵੇਗ ਦੀ ਸਮੀਕਰਨ ਇਸ ਤਰ੍ਹਾਂ ਲਿਖੀ ਜਾਂਦੀ ਹੈ। ਇਸ ਤਰ੍ਹਾਂ P, M ਅਤੇ V ਦੇ ਗੁਣਨਫਲ ਸਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੰਵੇਗ ਪੁੰਜ ਦੇ ਸਮਾਨ ਅਨੁਪਾਤੀ ਹੈ ਅਤੇ ਸੰਵੇਗ ਵੇਗ ਦੇ ਸਮਾਨ ਅਨੁਪਾਤੀ ਹੈ। ਕੀ ਤੁਸੀਂ ਜਾਣਦੇ ਹੋ ਕਿ ਕਿਹੜੇ-ਕਿਹੜੇ ਕਾਰਕਾਂ ਤੇ ਸੰਵੇਗ ਨਿਰਭਰ ਕਰਦਾ ਹੈ? ਜੇ ਕਿਸੇ ਗੇਂਦ ਨੂੰ ਤੁਸੀਂ ਫੜਦੇ ਹੋ ਜੋ ਕਿ ਦੂਰ ਤੋਂ ਤੁਹਾਡੇ ਵੱਲ ਸਿੱਟੀ ਗਈ ਹੈ ਤਾਂ ਤੁਹਾਡੇ ਹੱਥ ਦੀ ਤਲੀ ਤੇ ਇਸ ਦਾ ਅਸਰ ਪੈਂਦਾ ਹੈ। ਇਸ ਦਾ ਕਾਰਨ ਹੈ ਕਿ ਚੱਲ ਰਹੀਆਂ ਵਸਤੂਆਂ ਦਾ ਸੰਵੇਗ ਹੁੰਦਾ ਹੈ। ਸੰਵੇਗ ਦੀ ਮਾਤਰਾ ਦੋ ਕਾਰਕਾਂ ਤੇ ਨਿਰਭਰ ਕਰਦੀ ਹੈ। ਇਸ ਨੂੰ ਜਾਣਨ ਲਈ ਆਓ ਵੀਡੀਓ ਨੂੰ ਧਿਆਨ ਨਾਲ ਦੇਖੀਏ। ਇੱਥੇ ਇੱਕ ਗੇਂਦ ਸਕੇਟ ਰੋਲਰ ਦੇ ਆਲੇ ਦੁਆਲੇ ਘੁੰਮਦੀ ਹੈ। ਘੁੰਮਦੀ ਗੇਂਦ ਵਿੱਚ ਸੰਵੇਗ ਹੁੰਦਾ ਹੈ। ਇਸ ਤੋਂ ਭਾਵ ਇਹ ਹੈ ਕਿ ਇਹ ਉਸ ਸਮੇਂ ਤੱਕ ਘੁੰਮਦੀ ਰਹੇਗੀ ਜਦੋਂ ਤੱਕ ਇਸ ਉੱਪਰ ਬਾਹਰੀ ਬਲ ਕਿਰਿਆ ਨਹੀਂ ਕਰਦਾ। ਇੱਥੇ ਦੋ ਟਰਾਲੀਆਂ ਵਿੱਚ ਵੱਖ-ਵੱਖ ਪੁੰਜ ਹੈ ਅਤੇ ਇਹ ਵੱਖ-ਵੱਖ ਵੇਗ ਨਾਲ ਚੱਲ ਰਹੀਆਂ ਹਨ। ਜਿਸ ਟਰਾਲੀ ਦਾ ਵੱਧ ਪੁੰਜ ਹੈ ਉਸ ਦਾ ਸੰਵੇਗ ਵੱਧ ਹੁੰਦਾ ਹੈ। ਬੱਚਿਓ, ਤੁਸੀਂ ਸੰਵੇਗ ਦੀ ਪਰਿਭਾਸ਼ਾ ਅਤੇ ਇਹ ਕਿਹਨਾਂ ਕਾਰਕਾਂ ਤੇ ਨਿਰਭਰ ਕਰਦਾ ਹੈ ਬਾਰੇ ਜਾਣ ਲਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਸੰਵੇਗ ਕਿਸ ਇਕਾਈ ਵਿੱਚ ਮਾਪਿਆ ਜਾਂਦਾ ਹੈ? ਆਓ ਸੰਵੇਗ ਦੀ ਇਕਾਈ ਬਾਰੇ ਜਾਣੀਏ। ਕਿਉਂਕਿ ਕਿਸੇ ਵਸਤੂ ਦਾ ਸੰਵੇਗ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਸਮਾਨ ਹੈ। ਇਸ ਲਈ ਸੰਵੇਗ ਦੀ ਇਕਾਈ ਵੀ ਪੁੰਜ ਦੀ ਇਕਾਈ ਅਤੇ ਵੇਗ ਦੀ ਇਕਾਈ ਦੇ ਗੁਣਨਫਲ ਦੇ ਸਮਾਨ ਹੈ। ਕਿਉਂਕਿ ਪੁੰਜ ਦੀ ਮਿਆਰੀ ਇਕਾਈ ਕਿਲੋਗ੍ਰਾਮ ਹੈ ਅਤੇ ਵੇਗ ਦੀ ਮਿਆਰੀ ਇਕਾਈ ਮੀਟਰ ਪ੍ਰਤੀ ਸੈਕਿੰਡ ਹੈ। ਇਸ ਲਈ ਸੰਵੇਗ ਦੀ ਮਿਆਰੀ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੈ ਅਤੇ 1 ਨਿਊਟਨ ਸੈਕਿੰਡ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੇ ਸਮਾਨ ਹੈ। ਇਸ ਲਈ ਨਿਊਟਨ ਸੈਕਿੰਡ ਵੀ ਸੰਵੇਗ ਦੀ ਇਕਾਈ ਹੈ। ਭਾਵ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ
ਜਾਂ ਨਿਊਟਨ ਸੈਕਿੰਡ ਸੰਵੇਗ ਦੀ ਮਿਆਰੀ ਇਕਾਈ ਹੈ। ਫਿਰ ਵੀ ਸੰਵੇਗ ਦੀਆਂ ਹੋਰ ਵੀ ਇਕਾਈਆਂ ਮੰਨਣਯੋਗ ਹਨ। ਕਿਲੋਗ੍ਰਾਮ ਮੀਲ ਪ੍ਰਤੀ ਘੰਟਾ, ਕਿਲੋਗ੍ਰਾਮ ਕਿਲੋਮੀਟਰ ਪ੍ਰਤੀ ਘੰਟਾ ਜਾਂ ਗ੍ਰਾਮ ਸੈਂਟੀਮੀਟਰ ਪ੍ਰਤੀ ਸੈਕਿੰਡ, ਇਹਨਾਂ ਸਾਰੀਆਂ ਉਦਾਹਰਨਾਂ ਵਿੱਚ ਪੁੰਜ ਦੀ ਇਕਾਈ ਨੂੰ ਵੇਗ ਦੀ ਇਕਾਈ ਨਾਲ ਗੁਣਾ ਕੀਤਾ ਗਿਆ ਹੈ। ਇਹ ਸੰਵੇਗ ਦੀ ਸਮੀਕਰਨ ਦੇ ਤੁੱਲ ਹੈ। ਵਿਦਿਆਰਥੀਓ, ਤੁਸੀਂ ਹੁਣ ਤੱਕ ਚਾਲ, ਦੂਰੀ, ਵਿਸਥਾਪਨ, ਵੇਗ, ਪ੍ਰਵੇਗ, ਬਲ, ਸੰਵੇਗ ਅਤੇ ਹੋਰ ਭੌਤਿਕ ਰਾਸ਼ੀਆਂ ਜੋ ਭੌਤਿਕ ਵਿਗਿਆਨ ਵਿੱਚ ਹਨ ਬਾਰੇ ਜਾਣਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਸਕੇਲਰ ਅਤੇ ਵੈਕਟਰ ਕੀ ਹਨ? ਕੀ ਤੁਸੀਂ ਇਹਨਾਂ ਭੌਤਿਕ ਰਾਸ਼ੀਆਂ ਨੂੰ ਸਕੇਲਰ ਤੇ ਵੈਕਟਰ ਵਿੱਚ ਵੱਖ ਕਰ ਸਕਦੇ ਹੋ? ਇਹਨਾਂ ਵਿੱਚ ਅੰਤਰ ਪਤਾ ਕਰਨ ਲਈ ਤੁਹਾਨੂੰ ਸਕੇਲਰ ਅਤੇ ਵੈਕਟਰ ਬਾਰੇ ਪਤਾ ਹੋਣਾ ਜ਼ਰੂਰੀ ਹੈ। ਇਸ ਲਈ ਆਓ ਸਕੇਲਰ ਅਤੇ ਵੈਕਟਰ ਰਾਸ਼ੀਆਂ ਬਾਰੇ ਪੜ੍ਹੀਏ। ਉਹ ਭੌਤਿਕ ਰਾਸ਼ੀਆਂ ਜਿਨ੍ਹਾਂ ਦੀ ਕੇਵਲ ਮਾਤਰਾ ਹੁੰਦੀ ਹੈ, ਉਹਨਾਂ ਨੂੰ ਸਕੇਲਰ ਰਾਸ਼ੀਆਂ ਕਹਿੰਦੇ ਹਨ। ਵੈਕਟਰ ਉਹ ਭੌਤਿਕ ਰਾਸ਼ੀ ਹੈ ਜਿਸ ਦੀ ਮਾਤਰਾ ਅਤੇ ਦਿਸ਼ਾ ਦੋਨੋਂ ਹੀ ਹੁੰਦੀਆਂ ਹਨ। ਸਕੇਲਰ ਅਤੇ ਵੈਕਟਰ ਬਾਰੇ ਹੋਰ ਸਮਝਣ ਲਈ ਆਓ ਇੱਕ ਵੀਡੀਓ ਦੇਖੀਏ। ਟੋਕਰੀਆਂ ਵਿੱਚ ਪਏ ਸੰਤਰਿਆਂ ਦੀ ਗਿਣਤੀ, ਤਾਪਮਾਨ ਨੂੰ ਦੱਸ ਰਿਹਾ ਥਰਮਾਮੀਟਰ, ਸਿਲੰਡਰ ਵਿੱਚ ਪਏ ਤਰਲ ਦਾ ਆਇਤਨ, ਕਿਸੇ ਚਾਲ ਨਾਲ ਚੱਲ ਰਹੀ ਕਾਰ ਅਤੇ ਪੁੰਜ ਨੂੰ ਮਾਪਣ ਲਈ ਸਕੇਲ ਆਦਿ ਸਕੇਲਰ ਰਾਸ਼ੀਆਂ ਹਨ। ਇੱਕ ਬੰਦਰਗਾਹ ਤੋਂ ਦੂਜੀ ਬੰਦਰਗਾਹ ਤੱਕ ਪਹੁੰਚਣ ਲਈ ਇੱਕ ਸਮੁੰਦਰੀ ਜਹਾਜ਼ ਦਾ ਵੇਗ ਅਤੇ ਦਿਸ਼ਾ ਦੋਵੇਂ ਬਦਲਦੀਆਂ ਹਨ। ਤੁਸੀਂ ਸੰਵੇਗ ਬਾਰੇ ਕੀ ਕਹਿੰਦੇ ਹੋ? ਕਿ ਸੰਵੇਗ ਸਕੇਲਰ ਰਾਸ਼ੀ ਹੈ ਜਾਂ ਵੈਕਟਰ ਰਾਸ਼ੀ ਹੈ? ਕਿਉਂਕਿ ਸੰਵੇਗ ਪੁੰਜ ਅਤੇ ਵੇਗ ਦਾ ਗੁਣਨਫਲ ਹੈ। ਪੁੰਜ ਸਕੇਲਰ ਰਾਸ਼ੀ ਹੈ ਪਰ ਵੇਗ ਵੈਕਟਰ ਰਾਸ਼ੀ ਹੈ। ਇਸ ਲਈ ਇਹਨਾਂ ਦਾ ਸਿੱਟਾ ਸੰਵੇਗ ਵੈਕਟਰ ਰਾਸ਼ੀ ਹੈ, ਕਿਉਂਕਿ ਵੈਕਟਰ ਰਾਸ਼ੀ ਉਹ ਰਾਸ਼ੀ ਹੈ ਜੋ ਮਾਤਰਾ ਅਤੇ ਦਿਸ਼ਾ ਦੋਹਾਂ ਨੂੰ ਦਰਸਾਉਂਦਾ ਹੈ। ਇਸ ਲਈ ਸੰਵੇਗ ਦਰਸਾਉਂਦਾ ਹੈ ਕਿ 0 ਤੋਂ 5 ਕਿਲੋਗ੍ਰਾਮ ਪੁੰਜ ਦੀ ਗੇਂਦ ਪੱਛਮ ਦਿਸ਼ਾ ਵੱਲ 2 ਮੀਟਰ ਪ੍ਰਤੀ ਸੈਕਿੰਡ ਦੇ ਵੇਗ ਨਾਲ ਚੱਲ ਰਹੀ ਹੈ। ਦੱਸਦਾ ਹੈ ਕਿ ਇਸ ਤੋਂ ਮਾਤਰਾ ਅਤੇ ਦਿਸ਼ਾ ਦੋਹਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਗੇਂਦ ਦਾ ਸੰਵੇਗ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੈ, ਕਿਉਂਕਿ ਗੇਂਦ ਦਾ ਸੰਵੇਗ ਉਸ ਸਮੇਂ ਤੱਕ ਪੂਰੀ ਤਰ੍ਹਾਂ ਨਾਲ ਨਹੀਂ ਦਰਸਾਇਆ ਜਾਵੇਗਾ ਜਦੋਂ ਤੱਕ ਸੰਵੇਗ ਦੀ ਦਿਸ਼ਾ ਨਹੀਂ ਦਰਸਾਈ ਜਾਂਦੀ। ਸੰਵੇਗ ਦੀ ਦਿਸ਼ਾ ਉਹੀ ਹੋਵੇਗੀ ਜੋ ਗੇਂਦ ਦੇ ਵੇਗ ਦੀ ਦਿਸ਼ਾ ਹੁੰਦੀ ਹੈ, ਕਿਉਂਕਿ ਵੇਗ ਦੀ ਦਿਸ਼ਾ ਉਹੀ ਹੁੰਦੀ ਹੈ ਜਿਸ ਦਿਸ਼ਾ ਵੱਲ ਵਸਤੂ ਜਾ ਰਹੀ ਹੈ। ਇਸ ਲਈ ਗੇਂਦ ਪੱਛਮ ਦਿਸ਼ਾ ਵੱਲ ਚੱਲ ਰਹੀ ਹੈ ਤਾਂ ਗੇਂਦ ਦੇ ਸੰਵੇਗ ਦੀ ਦਿਸ਼ਾ ਵੀ ਪੱਛਮ ਵੱਲ ਹੀ ਹੋਵੇਗੀ। ਇਸ ਲਈ ਸੰਵੇਗ 1 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਪੱਛਮ ਦਿਸ਼ਾ ਵੱਲ ਹੋਵੇਗਾ। ਵੈਕਟਰ ਰਾਸ਼ੀ ਦੇ ਤੌਰ ਤੇ ਸੰਵੇਗ ਮਾਤਰਾ ਅਤੇ ਦਿਸ਼ਾ ਦੋਨਾਂ ਨੂੰ ਦਰਸਾਉਂਦਾ ਹੈ। ਸੰਵੇਗ ਦੀ ਪਰਿਭਾਸ਼ਾ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਸਤੂ ਦਾ ਸੰਵੇਗ ਉਨਾ ਹੀ ਵੱਧ ਹੋਵੇਗਾ ਜੇਕਰ ਵਸਤੂ ਦਾ ਪੁੰਜ ਜਾਂ ਵੇਗ ਜਾਂ ਦੋਨੋਂ ਹੀ ਵੱਧ ਹੋਣ। ਦੋਨਾਂ ਰਾਸ਼ੀਆਂ ਭਾਵ ਪੁੰਜ ਅਤੇ ਵੇਗ ਦੀ ਸਮਾਨ ਮਹੱਤਤਾ ਹੈ। ਉਦਾਹਰਨ ਦੇ ਤੌਰ ਤੇ ਇੱਕ ਟਰੱਕ ਅਤੇ ਇੱਕ ਰੋਲਰ ਕਿਸੇ ਗਲੀ ਵਿੱਚੋਂ ਸਮਾਨ ਗਤੀ ਨਾਲ ਲੰਘ ਰਹੇ ਹਨ। ਟਰੱਕ ਦਾ ਪੁੰਜ ਵੱਧ ਹੋਣ ਕਾਰਨ ਉਸ ਦਾ ਸੰਵੇਗ ਵੀ ਵੱਧ ਹੋਵੇਗਾ। ਜੇ ਟਰੱਕ ਸਥਿਰ ਅਵਸਥਾ ਵਿੱਚ ਹੋਵੇ ਤਾਂ ਘੱਟ ਪੁੰਜ ਵਾਲੀ ਵਸਤੂ ਦਾ ਸੰਵੇਗ ਵੀ ਵੱਧ ਹੋਵੇਗਾ। ਜੇਕਰ ਉਹ ਵਸਤੂ ਗਤੀਸ਼ੀਲ ਹੋਵੇ, ਕਿਸੇ ਵਸਤੂ ਦਾ ਸਥਿਰ ਅਵਸਥਾ ਵਿੱਚ ਸੰਵੇਗ 0 ਹੁੰਦਾ ਹੈ। ਇਸ ਲਈ ਅਜਿਹੀਆਂ ਵਸਤੂਆਂ ਦਾ ਵੇਗ ਨਹੀਂ ਹੁੰਦਾ। ਸੰਵੇਗ ਦੀ ਤੁਲਨਾ ਕਰਨ ਲਈ ਮਾਤਰਾ ਅਤੇ ਦਿਸ਼ਾ ਦੋਨੋਂ ਹੀ ਮਹੱਤਵਪੂਰਨ ਹਨ। ਸੰਵੇਗ ਦੀ ਸਮੀਕਰਨ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਦੇ ਬਦਲਣ ਨਾਲ ਦੂਜੇ ਵੇਰੀਏਬਲ ਤੇ ਕੀ ਅਸਰ ਹੁੰਦਾ ਹੈ। ਵਿਦਿਆਰਥੀਓ, ਤੁਸੀਂ ਸੰਵੇਗ ਅਤੇ ਇਸ ਦੀ ਇਕਾਈ ਬਾਰੇ ਬਹੁਤ ਕੁਝ ਜਾਣ ਲਿਆ ਹੈ। ਅੱਗੇ ਚੱਲਣ ਤੋਂ ਪਹਿਲਾਂ ਆਓ ਕੁਝ ਸੰਖਿਆਤਮਕ ਸਮੱਸਿਆਵਾਂ ਨੂੰ ਵਿਚਾਰੀਏ। ਇੱਕ ਵਸਤੂ ਦਾ ਪੁੰਜ 5 ਕਿਲੋਗ੍ਰਾਮ ਹੈ ਅਤੇ ਉਹ 10 ਮੀਟਰ ਪ੍ਰਤੀ ਸੈਕਿੰਡ ਦੇ ਵੇਗ ਨਾਲ
ਚੱਲ ਰਹੀ ਹੈ। ਵਸਤੂ ਦਾ ਸੰਵੇਗ ਪਤਾ ਕਰੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਪੁੰਜ ਅਤੇ ਵੇਗ ਦੀ ਸਮੀਕਰਨ ਵਿੱਚ ਕੀਮਤਾਂ ਭਰੀਆਂ ਜਾਣੀਆਂ ਹਨ। ਆਓ ਸਮੱਸਿਆ ਦਾ ਹੱਲ ਲੱਭੀਏ। ਸੰਵੇਗ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੈ। ਇੱਥੇ ਪੁੰਜ m ਬਰਾਬਰ 5 ਕਿਲੋਗ੍ਰਾਮ ਹੈ ਅਤੇ ਵੇਗ ਵੀ ਬਰਾਬਰ 10 ਮੀਟਰ ਪ੍ਰਤੀ ਸੈਕਿੰਡ ਹੈ। ਇਸ ਲਈ ਸੰਵੇਗ ਦੇ ਸੂਤਰ ਵਿੱਚ ਪੁੰਜ ਅਤੇ ਵੇਗ ਦੀਆਂ ਕੀਮਤਾਂ ਭਰ ਕੇ ਸੰਵੇਗ 5 ਅਤੇ 10 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੇ ਗੁਣਨਫਲ ਦੇ ਬਰਾਬਰ ਹੈ। ਸੰਖੇਪ ਕਰਕੇ ਇਸ ਲਈ P ਬਰਾਬਰ 50 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੇ ਸਮਾਨ ਹੈ। ਸੰਵੇਗ ਪਤਾ ਕਰਨ ਦੀ ਸਮੱਸਿਆ ਹੱਲ ਕਰਨ ਤੋਂ ਬਾਅਦ ਆਓ ਦੇਖੀਏ ਉਹਨਾਂ ਸਮੱਸਿਆਵਾਂ ਜਿਨ੍ਹਾਂ ਵਿੱਚ ਪੁੰਜ ਦਾ ਵੇਗ ਪਤਾ ਕਰਨਾ ਹੈ। ਪੁੰਜ m ਬਰਾਬਰ ਹੈ 10 ਕਿਲੋਗ੍ਰਾਮ ਅਤੇ ਸੰਵੇਗ P ਬਰਾਬਰ ਹੈ 50 ਨਿਊਟਨ ਸੈਕਿੰਡ। ਇਸ ਦਾ ਵੇਗ ਪਤਾ ਕਰੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸੰਵੇਗ ਦੇ ਸੂਤਰ ਦੀ ਵਰਤੋਂ ਕਰੋ। P ਪੁੰਜ m ਅਤੇ ਵੇਗ ਦੇ ਗੁਣਨਫਲ ਦੇ ਸਮਾਨ ਹੈ। ਇੱਥੇ ਸੰਵੇਗ ਦੀ ਕੀਮਤ ਨਿਊਟਨ ਸੈਕਿੰਡ ਹੈ। ਇਸ ਲਈ ਇਸ ਨੂੰ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਵੀ ਲਿਖਿਆ ਜਾਂਦਾ ਹੈ। 50 ਨਿਊਟਨ ਸੈਕਿੰਡ ਨੂੰ 50 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦੇ ਬਰਾਬਰ ਲਿਖਿਆ ਜਾਂਦਾ ਹੈ। ਹੁਣ ਵਸਤੂ ਦਾ ਵੇਗ P ਨੂੰ m ਨਾਲ ਭਾਗ ਕਰਕੇ ਵੀ ਪ੍ਰਾਪਤ ਹੁੰਦਾ ਹੈ। ਵਸਤੂ ਦਾ ਪੁੰਜ ਅਤੇ ਸੰਵੇਗ ਦੀਆਂ ਕੀਮਤਾਂ ਭਰ ਕੇ ਵਸਤੂ ਦਾ ਵੇਗ ਪਤਾ ਲੱਗਦਾ ਹੈ। ਵਸਤੂ ਦਾ ਵੇਗ 50 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਨੂੰ 10 ਕਿਲੋਗ੍ਰਾਮ ਨਾਲ ਭਾਗ ਕਰਕੇ ਪ੍ਰਾਪਤ ਹੁੰਦਾ ਹੈ। ਇਸ ਨੂੰ ਹੱਲ ਕਰਕੇ ਵੇਗ 5 ਮੀਟਰ ਪ੍ਰਤੀ ਸੈਕਿੰਡ ਪ੍ਰਾਪਤ ਹੁੰਦਾ ਹੈ। ਆਓ ਸਮੱਸਿਆ ਨੂੰ ਦੇਖੀਏ ਜਿਸ ਵਿੱਚ ਪੁੰਜ ਦਾ ਪਤਾ ਕਰਨਾ ਹੈ। ਆਓ ਇਸ ਸਮੱਸਿਆ ਅਤੇ ਇਸ ਦੇ ਹੱਲ ਨੂੰ ਦੇਖੀਏ। ਇੱਕ ਘੋੜਾ 3000 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਦਾ ਸੰਵੇਗ ਪ੍ਰਾਪਤ ਕਰਦਾ ਹੈ ਜਦੋਂ 15 ਮੀਟਰ ਪ੍ਰਤੀ ਸੈਕਿੰਡ ਦੇ ਵੇਗ ਨਾਲ ਚੱਲਦਾ ਹੈ। ਘੋੜੇ ਦਾ ਪੁੰਜ ਪਤਾ ਕਰੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਹਾਨੂੰ ਸੰਵੇਗ ਦਾ ਸੂਤਰ ਲਗਾਉਣਾ ਪਵੇਗਾ। ਆਓ ਸਮੱਸਿਆ ਦਾ ਹੱਲ ਲੱਭੀਏ। ਕਿਉਂਕਿ ਸੰਵੇਗ P ਨੂੰ ਵੇਗ v ਨਾਲ ਭਾਗ ਕਰਕੇ ਪੁੰਜ m ਪ੍ਰਾਪਤ ਹੁੰਦਾ ਹੈ। ਇਸ ਲਈ P ਅਤੇ v ਦੀਆਂ ਕੀਮਤਾਂ ਭਰ ਕੇ ਪੁੰਜ ਪ੍ਰਾਪਤ ਹੁੰਦਾ ਹੈ। ਘੋੜੇ ਦਾ ਪੁੰਜ 3000 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਨੂੰ 15 ਮੀਟਰ ਪ੍ਰਤੀ ਸੈਕਿੰਡ ਨਾਲ ਭਾਗ ਕਰਨ ਦੇ ਬਰਾਬਰ ਹੈ ਜੋ ਕਿ 200 ਕਿਲੋਗ੍ਰਾਮ ਦੇ ਸਮਾਨ ਹੈ। ਵਿਦਿਆਰਥੀਓ, ਤੁਸੀਂ ਸੰਵੇਗ ਅਤੇ ਇਸ ਦੀ ਇਕਾਈ ਬਾਰੇ ਬਹੁਤ ਕੁਝ ਪੜ੍ਹ ਲਿਆ ਹੈ। ਕਿ ਤੁਸੀਂ ਸੰਵੇਗ ਸੁਰੱਖਣ ਦੇ ਨਿਯਮ ਬਾਰੇ ਕੁਝ ਜਾਣਦੇ ਹੋ? ਹੁਣ ਤੱਕ ਅਸੀਂ ਸੁਰੱਖਣ ਦੇ ਦੋ ਹੀ ਨਿਯਮ ਪੜ੍ਹੇ ਹਨ, ਇੱਕ ਪੁੰਜ ਅਤੇ ਦੂਜਾ ਊਰਜਾ ਸੁਰੱਖਣ ਦਾ ਨਿਯਮ। ਕੀ ਇਸ ਵਿੱਚ ਕੋਈ ਸੱਚਾਈ ਹੈ ਕਿ ਨਿਊਟਨ ਦੀ ਗਤੀ ਦੇ ਨਿਯਮਾਂ ਨੂੰ ਦਰਸਾਉਣ ਲਈ ਸੁਰੱਖਣ ਨਿਯਮ ਦੀ ਲੋੜ ਹੈ? ਪੁੰਜ ਅਤੇ ਊਰਜਾ ਸੁਰੱਖਣ ਦੇ ਨਿਯਮ ਤਿੰਨ ਦਿਸ਼ਾਵੀ ਗਤੀ ਨਾਲ ਕਿਸੇ ਤਰ੍ਹਾਂ ਵੀ ਸੰਬੰਧਿਤ ਨਹੀਂ ਹਨ ਕਿਉਂਕਿ ਉਹ ਦੋਨੋਂ ਸਕੇਲਰ ਹਨ। ਊਰਜਾ ਸੁਰੱਖਣ ਅਨੁਸਾਰ ਧਰਤੀ ਗ੍ਰਹਿ ਸੂਰਜ ਵੱਲ ਸਿੱਧਾ 90 ਡਿਗਰੀ ਦੇ ਕੋਣ ਤੇ ਨਹੀਂ ਮੁੜ ਸਕਦਾ ਕਿਉਂਕਿ ਗਤਿਜ ਊਰਜਾ ਦਿਸ਼ਾ ਤੇ ਨਿਰਭਰ ਨਹੀਂ ਕਰਦੀ। ਇਸ ਪਾਠ ਵਿੱਚ ਅਸੀਂ ਇੱਕ ਹੋਰ ਨਵੀਂ ਭੌਤਿਕ ਰਾਸ਼ੀ ਦੇ ਸੁਰੱਖਣ ਬਾਰੇ ਪੜਾਂਗੇ ਜਿਸ ਨੂੰ ਸੰਵੇਗ ਕਹਿੰਦੇ ਹਨ ਜੋ ਕਿ ਵੈਕਟਰ ਰਾਸ਼ੀ ਹੈ। ਇਸ ਲਈ ਸੰਵੇਗ ਸੁਰੱਖਣ ਦੇ ਨਿਯਮ ਨੂੰ ਆਓ ਵਿਚਾਰੀਏ। ਭੌਤਿਕ ਵਿਗਿਆਨ ਵਿੱਚ ਸੰਵੇਗ ਸੁਰੱਖਣ ਰਾਸ਼ੀ ਹੈ। ਇਸ ਤੋਂ ਭਾਵ ਇਹ ਹੈ ਕਿ ਕਿਸੇ ਸਿਸਟਮ ਵਿੱਚ ਬਹੁਤ ਸਾਰੀਆਂ ਵਸਤੂਆਂ ਇੱਕ ਦੂਜੇ ਤੇ ਕਿਰਿਆ ਕਰਦੀਆਂ ਹਨ ਅਤੇ ਜੇ ਬਾਹਰੋਂ ਕੋਈ ਬਲ ਕਿਰਿਆ ਨਾ ਕਰ ਰਿਹਾ ਹੋਵੇ ਤਾਂ ਸਿਸਟਮ ਦਾ ਕੁੱਲ ਸੰਵੇਗ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਭਾਵੇਂ ਵੱਖ-ਵੱਖ ਵਸਤੂਆਂ ਦਾ ਸੰਵੇਗ ਬਦਲਦਾ ਹੈ। ਭੌਤਿਕ ਵਿਗਿਆਨ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਨਿਯਮ ਸੰਵੇਗ ਸੁਰੱਖਣ ਦਾ ਨਿਯਮ ਹੈ। ਸੰਵੇਗ ਸੁਰੱਖਣ ਦਾ ਨਿਯਮ ਭੌਤਿਕ ਵਿਗਿਆਨ ਵਿੱਚ ਮੁੱਢਲਾ ਸਿਧਾਂਤ ਹੈ ਜਿਵੇਂ ਕਿ ਊਰਜਾ ਅਤੇ ਪੁੰਜ ਸੁਰੱਖਣ ਦੇ ਸਿਧਾਂਤ ਹਨ। ਕਿਉਂਕਿ ਸੰਵੇਗ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਸਮਾਨ ਹੈ। ਸੰਵੇਗ ਸੁਰੱਖਣ ਦੇ ਨਿਯਮ ਅਨੁਸਾਰ
ਕੁੱਲ ਸੰਵੇਗ ਹਮੇਸ਼ਾ ਸਥਿਰ ਰਹਿੰਦਾ ਹੈ। ਇਸ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ। ਪਰ ਸਿਰਫ ਨਿਊਟਨ ਦੀ ਗਤੀ ਦੇ ਨਿਯਮ ਅਨੁਸਾਰ, ਸਿਰਫ ਬਲ ਦੇ ਅਨੁਸਾਰ ਬਦਲਿਆ ਜਾ ਸਕਦਾ ਹੈ। ਸੰਵੇਗ ਸੁਰੱਖਣ ਦੇ ਨਿਯਮ ਅਨੁਸਾਰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਕਿਸੇ ਆਈਸੋਲੇਟਿਡ ਸਿਸਟਮ ਵਿੱਚ ਜਦੋਂ ਦੋ ਵਸਤੂਆਂ 1 ਅਤੇ 2 ਕਿਰਿਆ ਕਰਦੀਆਂ ਹਨ ਤਾਂ ਦੋਹਾਂ ਵਸਤੂਆਂ ਦਾ ਕੁੱਲ ਸੰਵੇਗ ਕਿਰਿਆ ਤੋਂ ਪਹਿਲਾਂ ਅਤੇ ਕਿਰਿਆ ਤੋਂ ਬਾਅਦ ਇੱਕੋ ਜਿਹਾ ਹੁੰਦਾ ਹੈ। ਯਾਨੀ ਕਿ ਵਸਤੂ 1 ਦੁਆਰਾ ਖਰਚ ਕੀਤਾ ਗਿਆ ਸੰਵੇਗ ਵਸਤੂ 2 ਵਿੱਚ ਸ਼ਾਮਿਲ ਹੋ ਜਾਂਦਾ ਹੈ। ਉੱਪਰ ਲਿਖੀ ਪਰਿਭਾਸ਼ਾ ਅਨੁਸਾਰ ਕਿਰਿਆ ਕਰ ਰਹੀਆਂ ਵਸਤੂਆਂ ਦਾ ਕੁੱਲ ਸੰਵੇਗ ਹਮੇਸ਼ਾ ਸਥਿਰ ਰਹਿੰਦਾ ਹੈ। ਦੂਜੇ ਸ਼ਬਦਾਂ ਵਿੱਚ ਵਸਤੂ ਦਾ ਕੁੱਲ ਸੰਵੇਗ ਹਮੇਸ਼ਾ ਸਥਿਰ ਰਹਿੰਦਾ ਹੈ। ਇਸ ਲਈ ਕਿਸੇ ਕਲੋਜ਼ਡ ਸਿਸਟਮ ਵਿੱਚ ਕੁੱਲ ਸੰਵੇਗ ਹਮੇਸ਼ਾ ਵੱਖ-ਵੱਖ ਵਸਤਾਂ ਦੇ ਸੰਵੇਗ ਦੇ ਵੈਕਟਰ ਜੋੜ ਦੇ ਸਮਾਨ ਹੁੰਦਾ ਹੈ। P1i ਜਮਾ P2i ਜਮਾ P3i ਅਤੇ ਇਸ ਤਰ੍ਹਾਂ ਬਰਾਬਰ ਹੈ P1f ਜਮਾ P2f ਜਮਾ P3f ਅਤੇ ਇਸ ਤਰ੍ਹਾਂ, ਜਿੱਥੇ i ਤੋਂ ਭਾਵ ਆਰੰਭਿਕ ਅਤੇ f ਤੋਂ ਭਾਵ ਅੰਤਿਮ ਸੰਵੇਗ ਹੈ। ਊਰਜਾ ਸੁਰੱਖਣ ਦੇ ਨਿਯਮ ਨੂੰ ਸਮਝਣ ਲਈ ਆਓ ਇਸ ਦਾ ਸਬੂਤ ਵੇਖੀਏ। ਮੰਨ ਲਓ ਦੋ ਵਸਤੂਆਂ ਵਸਤੂ 1 ਅਤੇ ਵਸਤੂ 2 ਟਕਰਾਉਂਦੀਆਂ ਹਨ। ਵਸਤੂਆਂ ਵਿਚਕਾਰ ਲੱਗ ਰਹੇ ਬਲ ਦੀ ਮਾਤਰਾ ਇੱਕੋ ਜਿਹੀ ਰਹਿੰਦੀ ਹੈ ਪਰ ਦਿਸ਼ਾ ਉਲਟ ਹੁੰਦੀ ਹੈ। ਇਸ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। F1 ਬਰਾਬਰ ਹੈ -F2 ਦੇ ऋणात्मक ਦੇ ਬਰਾਬਰ। ਇਸ ਤਰ੍ਹਾਂ ਬਲਾਂ ਦੀ ਮਾਤਰਾ ਇੱਕੋ ਜਿਹੀ ਹੁੰਦੀ ਹੈ ਪਰ ਦਿਸ਼ਾ ਉਲਟ ਹੁੰਦੀ ਹੈ। ਇਹ ਬਲ ਵਸਤੂਆਂ ਵਿਚਕਾਰ ਨਿਸ਼ਚਿਤ ਸਮੇਂ ਲਈ ਲਾਗੂ ਰਹਿੰਦਾ ਹੈ। ਕੁਝ ਹਾਲਾਤਾਂ ਵਿੱਚ ਸਮਾਂ ਵੱਧ ਹੁੰਦਾ ਹੈ ਅਤੇ ਕੁਝ ਹਾਲਾਤਾਂ ਵਿੱਚ ਘੱਟ। ਮੰਨ ਲਓ ਵਸਤੂ 1 ਉੱਤੇ ਵਸਤੂ 2 ਦੁਆਰਾ ਲੱਗਾ ਸਮਾਂ ਵਸਤੂ 2 ਉੱਤੇ ਵਸਤੂ 1 ਦੁਆਰਾ ਲੱਗੇ ਸਮੇਂ ਦੇ ਸਮਾਨ ਹੈ। ਦੋ ਵਸਤੂਆਂ ਵਿਚਕਾਰ ਬਲ ਕਿਰਿਆ ਕਰਦਾ ਹੈ। ਮੰਨ ਲਓ ਵਸਤੂ 1 ਵਸਤੂ 2 ਨਾਲ T1 ਸਮੇਂ ਲਈ ਜੁੜਦੀ ਹੈ ਤੇ ਵਸਤੂ 2 ਵਸਤੂ 1 ਸਮੇਂ T2 ਲਈ ਜੁੜਦੀ ਹੈ। T1 ਬਰਾਬਰ T2 ਹੈ। ਕਿਉਂਕਿ ਵਸਤੂਆਂ ਵਿਚਕਾਰ ਲੱਗ ਰਹੇ ਬਲ ਦੀ ਮਾਤਰਾ ਸਮਾਨ ਹੁੰਦੀ ਹੈ ਪਰ ਦਿਸ਼ਾ ਵੱਖ-ਵੱਖ ਹੁੰਦੀ ਹੈ ਅਤੇ ਜੇ ਸਮਾਂ ਦੋਨਾਂ ਹਾਲਾਤਾਂ ਵਿੱਚ ਸਮਾਨ ਹੋਵੇ ਤਾਂ ਦੋਨਾਂ ਵਸਤੂਆਂ ਦਾ ਵੇਗ ਸਮਾਨ ਹੁੰਦਾ ਹੈ। ਇਸ ਤਰ੍ਹਾਂ F1 T1 ਅਤੇ -F_T2 ਦਾ ਗੁਣਨਫਲ ਬਰਾਬਰ ਹੈ। ਇਸ ਤਰ੍ਹਾਂ ਆਵੇਗ ਦੀ ਮਾਤਰਾ ਸਮਾਨ ਹੁੰਦੀ ਹੈ ਪਰ ਦਿਸ਼ਾ ਵੱਖ-ਵੱਖ ਹੁੰਦੀ ਹੈ। ਕਿਉਂਕਿ ਵਸਤੂਆਂ ਦਾ ਆਵੇਗ ਸਮਾਨ ਹੁੰਦਾ ਹੈ ਇਸ ਲਈ ਇਹਨਾਂ ਦਾ ਸੰਵੇਗ ਵੀ ਸਮਾਨ ਹੋਵੇਗਾ। ਇਸ ਤਰ੍ਹਾਂ m1 ਡੈਲਟਾ v1 ਦਾ ਗੁਣਨਫਲ -m2 ਡੈਲਟਾ v2 ਦੇ ਗੁਣਨਫਲ ਦੇ ਸਮਾਨ ਅਤੇ ਉਲਟ ਦਿਸ਼ਾ ਵਿੱਚ ਹੈ। ਇਸ ਸਮੀਕਰਨ ਤੋਂ ਪਤਾ ਲੱਗਦਾ ਹੈ ਕਿ ਪੁੰਜ ਅਤੇ ਵੇਗ ਦਾ ਗੁਣਨਫਲ ਸੰਵੇਗ ਸੁਰੱਖਣ ਦੇ ਨਿਯਮ ਤੇ ਵੀ ਲਾਗੂ ਹੁੰਦਾ ਹੈ। ਵਸਤੂਆਂ ਦੇ ਟਕਰਾਉਣ ਦੀ ਕਿਰਿਆ ਵਿੱਚ ਵਸਤੂ 1 ਦਾ ਸੰਵੇਗ ਵਸਤੂ 2 ਦੇ ਸੰਵੇਗ ਵਿੱਚ ਘਾਟਾ ਵਸਤੂ 2 ਵਿੱਚ ਸੰਵੇਗ ਦੇ ਵਾਧੇ ਦੇ ਬਰਾਬਰ ਹੈ। ਬਹੁਤ ਸਾਰੀਆਂ ਟਕਰਾਉਣ ਦੀਆਂ ਕਿਰਿਆਵਾਂ ਵਿੱਚ ਇੱਕ ਵਸਤੂ ਦਾ ਵੇਗ ਘਟ ਜਾਂਦਾ ਹੈ ਅਤੇ ਉਸ ਦੇ ਸੰਵੇਗ ਵਿੱਚ ਕਮੀ ਹੁੰਦੀ ਹੈ, ਜਦੋਂ ਕਿ ਦੂਜੀ ਵਸਤੂ ਦੇ ਵੇਗ ਵਿੱਚ ਵਾਧਾ ਹੁੰਦਾ ਹੈ ਅਤੇ ਉਸ ਸੰਵੇਗ ਵਿੱਚ ਵੀ ਵਾਧਾ ਹੁੰਦਾ ਹੈ। ਜੇ ਵਸਤੂ 1 ਵਿੱਚ 75 ਇਕਾਈ ਸੰਵੇਗ ਘਟਦਾ ਹੈ ਤਾਂ ਵਸਤੂ 2 ਵਿੱਚ 75 ਇਕਾਈ ਸੰਵੇਗ ਵੱਧਦਾ ਹੈ। ਇਸ ਤਰ੍ਹਾਂ ਦੋਹਾਂ ਵਸਤੂਆਂ ਵਿੱਚ ਆਰੰਭ ਅਤੇ ਅੰਤ ਵਿੱਚ ਸੰਵੇਗ ਸਮਾਨ ਰਹਿੰਦਾ ਹੈ। ਇਸ ਤਰ੍ਹਾਂ ਕਿਸੇ ਸਿਸਟਮ ਦਾ ਕੁੱਲ ਸੰਵੇਗ ਸਥਿਰ ਰਹਿੰਦਾ ਹੈ, ਪਰ ਇਸ ਨਿਯਮ ਵਿੱਚ ਕਲੋਜ਼ ਸਿਸਟਮ ਲਿਆ ਗਿਆ ਹੈ ਜਿਸ ਦੇ ਅਰਥ ਵੱਖ-ਵੱਖ ਹਾਲਾਤਾਂ ਵਿੱਚ ਵੱਖ-ਵੱਖ ਹਨ। ਜਦੋਂ ਪੁੰਜ ਸੁਰੱਖਣ ਦਾ ਨਿਯਮ ਵਿਚਾਰਿਆ ਜਾਂਦਾ ਹੈ ਤਾਂ ਇੱਥੇ ਕਲੋਜ਼ ਦਾ ਅਰਥ ਹੈ ਇਸ ਵਿੱਚ ਨਾ ਪਦਾਰਥ ਪਾਇਆ ਜਾ ਸਕੇ ਅਤੇ ਨਾ ਇਸ ਵਿੱਚ ਪਦਾਰਥ ਨਿਕਲ ਸਕੇ। ਊਰਜਾ ਸੁਰੱਖਣ ਵਿੱਚ ਕਲੋਜ਼ ਤੋਂ ਭਾਵ ਇਸ ਵਿੱਚ ਊਰਜਾ ਜਾਂ ਤਾਪ ਨਾ ਆ ਸਕੇ ਅਤੇ ਨਾ ਜਾ ਸਕੇ। ਸੰਵੇਗ ਸੁਰੱਖਣ ਵਿੱਚ ਕਲੋਜ਼ ਤੋਂ ਭਾਵ ਹੈ ਕਿ ਸਿਸਟਮ ਤੇ ਕੋਈ ਬਾਹਰੀ ਬਲ ਕਿਰਿਆ ਨਾ ਕਰੇ।
ਸੰਵੇਗ ਦੇ ਨਾਲ ਵਿਚਾਰ ਕਰਨੀ ਔਖੀ ਹੈ ਕਿਉਂਕਿ ਇਹ ਵੈਕਟਰ ਰਾਸ਼ੀ ਹੈ, ਜਦੋਂ ਕਿ ਪੁੰਜ ਅਤੇ ਊਰਜਾ ਨੂੰ ਵਿਚਾਰਨਾ ਸੌਖਾ ਹੈ। ਸੰਵੇਗ ਤਿੰਨਾਂ ਦਿਸ਼ਾਵਾਂ ਵਿੱਚ ਸੁਰੱਖਿਅਤ ਹੁੰਦਾ ਹੈ। ਵਿਦਿਆਰਥੀਓ, ਤੁਸੀਂ ਵਸਤੂਆਂ ਦੇ ਲਚਕਦਾਰ ਅਤੇ ਬੇਲਚਕਦਾਰ ਟਕਰਾਅ ਨੂੰ ਸੰਵੇਗ ਸੁਰੱਖਿਅਤ ਸਿਧਾਂਤ ਤਹਿਤ ਦੇਖਿਆ। ਕੀ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ? ਇੱਥੇ ਕੁਝ ਅਜਿਹੀਆਂ ਵਸਤੂਆਂ ਹਨ ਜੋ ਇਸ ਸਿਧਾਂਤ ਦਾ ਪਾਲਣ ਕਰਦੀਆਂ ਹਨ। ਇਸ ਤੋਂ ਅੱਗੇ ਚੱਲਣ ਤੋਂ ਪਹਿਲਾਂ ਆਓ ਕੁਝ ਇਸ ਸਿਧਾਂਤ ਦੀ ਕਿਰਿਆ ਬਾਰੇ ਜਾਣੀਏ। ਹਰੇਕ ਨਿਯਮ ਦੀਆਂ ਕੁਝ ਉਦਾਹਰਨਾਂ ਹੁੰਦੀਆਂ ਹਨ। ਆਓ ਸੰਵੇਗ ਸੁਰੱਖਿਅਤ ਦੇ ਨਿਯਮ ਦੀਆਂ ਉਦਾਹਰਨਾਂ ਬਾਰੇ ਜਾਣਨ ਲਈ ਵੀਡੀਓ ਨੂੰ ਧਿਆਨਪੂਰਵਕ ਦੇਖੀਏ। ਜਦੋਂ ਬੰਦੂਕ ਚਲਾਈ ਜਾਂਦੀ ਹੈ ਤਾਂ ਗੋਲੀ ਅੱਗੇ ਵੱਲ ਜਾਂਦੀ ਹੈ ਅਤੇ ਬੰਦੂਕ ਪਿੱਛੇ ਵੱਲ ਧੱਕਾ ਮਾਰਦੀ ਹੈ। ਇਸੇ ਤਰ੍ਹਾਂ ਤੋਪ ਦੇ ਗੋਲੇ ਨੂੰ ਜਦੋਂ ਦਾਗਿਆ ਜਾਂਦਾ ਹੈ ਤਾਂ ਤੋਪ ਪਿੱਛੇ ਵੱਲ ਧੱਕਾ ਮਾਰਦੀ ਹੈ, ਜਦਕਿ ਤੋਪ ਦਾ ਗੋਲਾ ਅੱਗੇ ਵੱਲ ਜਾਂਦਾ ਹੈ। ਤੋਪ ਜਾਂ ਬੰਦੂਕ ਦੇ ਪਿੱਛੇ ਵੱਲ ਦੀ ਗਤੀ ਨੂੰ ਝਟਕਾ ਜਾਂ ਪ੍ਰਤੀਕਿਰਿਆ ਕਹਿੰਦੇ ਹਨ। ਵਿਦਿਆਰਥੀਓ, ਇਸ ਤੋਂ ਅੱਗੇ ਚੱਲਣ ਤੋਂ ਪਹਿਲਾਂ ਆਓ ਕੁਝ ਇਸ ਨਾਲ ਸੰਬੰਧਿਤ ਸਮੱਸਿਆ ਨੂੰ ਹੱਲ ਕਰੀਏ। ਇੱਕ ਬੰਦੂਕ ਦਾ ਪੁੰਜ 1500 ਕਿਲੋਗ੍ਰਾਮ ਹੈ ਅਤੇ ਇਸ ਦੀ ਗੋਲੀ 15 ਕਿਲੋਗ੍ਰਾਮ ਦੀ ਹੈ। ਜੇ ਗੋਲੀ ਦਾ ਵੇਗ 150 ਮੀਟਰ ਪ੍ਰਤੀ ਸੈਕਿੰਡ ਹੈ ਤਾਂ ਬੰਦੂਕ ਦਾ ਪਿੱਛੇ ਵੱਲ ਵੇਗ ਪਤਾ ਕਰੋ। ਇਸ ਸਮੱਸਿਆ ਨੂੰ ਹੱਲ ਕਰਨ ਲਈ ਬੰਦੂਕ ਦੇ ਧੱਕੇ ਵਾਲੀ ਉਦਾਹਰਨ ਵੱਲ ਦੇਖੋ। ਆਓ ਇਸ ਸਮੱਸਿਆ ਦਾ ਹੱਲ ਕਰੀਏ। ਇੱਥੇ ਬੰਦੂਕ ਦਾ ਪੁੰਜ M1 1500 ਕਿਲੋਗ੍ਰਾਮ ਦੇ ਬਰਾਬਰ ਹੈ। ਗੋਲੀ ਦਾ ਪੁੰਜ M2 15F ਕਿਲੋਗ੍ਰਾਮ ਹੈ ਅਤੇ ਗੋਲੀ ਦਾ ਵੇਗ ਵੀ 150 ਮੀਟਰ ਪ੍ਰਤੀ ਸੈਕਿੰਡ ਦੇ ਸਮਾਨ ਹੈ। ਬੰਦੂਕ ਦਾ ਸੰਵੇਗ ਇੱਥੇ P1 M1 ਅਤੇ V1 ਦੇ ਗੁਣਨਫਲ ਦੇ ਸਮਾਨ ਹੈ। M1 ਦੀ ਕੀਮਤ ਭਰ ਕੇ ਇੱਥੇ P1 1500 ਕਿਲੋਗ੍ਰਾਮ ਅਤੇ V1 ਦੇ ਗੁਣਨਫਲ ਦੇ ਬਰਾਬਰ ਅਤੇ ਇਸ ਨੂੰ ਸਮੀਕਰਨ 1 ਰੱਖਿਆ ਹੈ। ਸ਼ੈਲ ਜਾਂ ਗੋਲੀ ਦਾ ਸੰਵੇਗ P2 M2 ਅਤੇ V2 ਦੇ ਗੁਣਨਫਲ ਦੇ ਬਰਾਬਰ ਹੈ। M2 ਅਤੇ V2 ਦੀਆਂ ਕੀਮਤਾਂ ਭਰ ਕੇ P2 15 ਕਿਲੋਗ੍ਰਾਮ ਅਤੇ 150 ਮੀਟਰ ਪ੍ਰਤੀ ਸੈਕਿੰਡ ਦੇ ਗੁਣਨਫਲ ਦੇ ਸਮਾਨ ਹੈ, ਜੋ ਕਿ 2250 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੈ ਅਤੇ ਇਸ ਨੂੰ ਸਮੀਕਰਨ 2 ਅਨੁਸਾਰ ਲਿਖਿਆ ਜਾਂਦਾ ਹੈ। ਹੁਣ ਸੰਵੇਗ ਸੁਰੱਖਿਅਤ ਦੇ ਨਿਯਮ ਅਨੁਸਾਰ P1 ਬਰਾਬਰ P2 ਹੈ। ਦੂਜੇ ਸ਼ਬਦਾਂ ਵਿੱਚ ਬੰਦੂਕ ਦਾ ਸੰਵੇਗ ਗੋਲੀ ਦੇ ਸੰਵੇਗ ਦੇ ਸਮਾਨ ਹੈ। ਸਮੀਕਰਨਾਂ 1, 2 ਅਤੇ 3 ਦੀ ਵਰਤੋਂ ਕਰਕੇ 1500 ਕਿਲੋਗ੍ਰਾਮ ਗੁਣਾ V1 ਬਰਾਬਰ 2250 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਹੈ। ਸੰਖੇਪ ਕਰਕੇ V1 ਬਰਾਬਰ 2250 ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਨੂੰ 1500 ਕਿਲੋਗ੍ਰਾਮ ਨਾਲ ਭਾਗ ਕਰਕੇ ਪ੍ਰਾਪਤ ਹੁੰਦਾ ਹੈ, ਜੋ ਕਿ 1.5 ਮੀਟਰ ਪ੍ਰਤੀ ਸੈਕਿੰਡ ਦੇ ਸਮਾਨ ਹੈ। ਵਿਦਿਆਰਥੀਓ, ਤੁਸੀਂ ਸੰਵੇਗ ਸੁਰੱਖਿਅਤ ਦਾ ਸਿਧਾਂਤ, ਇਸ ਦੇ ਉਦਾਹਰਨ ਬਾਰੇ ਜਾਣ ਲਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਨਿਊਟਨ ਦੀ ਗਤੀ ਦਾ ਦੂਸਰਾ ਨਿਯਮ ਕੀ ਹੈ? ਆਓ ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਬਾਰੇ ਜਾਣੀਏ। ਨਿਊਟਨ ਦੀ ਗਤੀ ਦੇ 3 ਨਿਯਮ ਹਨ ਜੋ ਵਸਤੂ ਤੇ ਲੱਗ ਰਹੇ ਬਲ ਅਤੇ ਵਸਤੂ ਦੀ ਗਤੀ ਵਿਚਕਾਰ ਸੰਬੰਧ ਨੂੰ ਦਰਸਾਉਂਦੇ ਹਨ। ਇਹ ਸਭ ਸਰ ਇਸਾਕ ਨਿਊਟਨ ਨੇ ਕੰਬਾਈਨ ਕੀਤਾ ਹੈ। ਇਹ ਨਿਯਮ ਗਤੀ ਵਿਗਿਆਨ ਦੇ ਆਧਾਰਿਤ ਸਨ ਅਤੇ ਨਿਊਟਨ ਨੇ ਇਹਨਾਂ ਨਿਯਮਾਂ ਨੂੰ ਭੌਤਿਕ ਪਦਾਰਥਾਂ ਦੀ ਗਤੀ ਦੀ ਸਿੱਖਿਆ ਨਾਲ ਸੰਬੰਧਿਤ ਕੀਤਾ। ਇੱਥੇ ਤੁਸੀਂ ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਬਾਰੇ ਪੜ੍ਹਨ ਚੱਲੇ ਹੋ। ਇਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਕਿਸੇ ਵਸਤੂ ਤੇ ਲੱਗ ਰਿਹਾ ਬਲ ਇਕਾਈ ਸਮੇਂ ਵਿੱਚ ਸੰਵੇਗ ਦੇ ਪਰਿਵਰਤਨ ਦੇ ਸਮਾਨ ਅਨੁਪਾਤੀ ਹੈ। ਇਸ ਲਈ ਬਲ F ਸੰਵੇਗ ਵਿੱਚ ਪਰਿਵਰਤਨ ਅਤੇ ਸਮੇਂ ਵਿੱਚ ਪਰਿਵਰਤਨ ਦੇ ਸਿੱਧਾ ਅਨੁਪਾਤੀ ਹੈ। ਇਹ ਨਿਯਮ ਇਹ ਦੱਸਦਾ ਹੈ ਕਿ ਜੇ ਬਲ ਦੀ ਮਾਤਰਾ ਵੱਧ ਹੋਵੇ
ਤਾਂ ਇਕਾਈ ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਵੀ ਵੱਧ ਹੋਵੇਗਾ। ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਨੂੰ ਹੋਰ ਸਮਝਣ ਲਈ ਆਓ ਵੀਡੀਓ ਨੂੰ ਧਿਆਨ ਨਾਲ ਵੇਖੀਏ। ਮੰਨ ਲਵੋ ਵਸਤੂ ਦਾ ਬਿੰਦੂ A ਤੇ ਪੁੰਜ M ਹੈ ਅਤੇ ਆਰੰਭਿਕ ਵੇਗ u ਹੈ। ਮੰਨ ਲਵੋ ਵਸਤੂ ਤੇ t ਸਮੇਂ ਵਿੱਚ F ਬਲ ਲੱਗਦਾ ਹੈ ਅਤੇ ਜਦੋਂ ਵਸਤੂ ਬਿੰਦੂ B ਤੇ ਹੁੰਦੀ ਹੈ ਤਾਂ ਇਸ ਦਾ ਵੇਗ v ਹੋ ਜਾਂਦਾ ਹੈ। ਮੰਨ ਲਵੋ ਵਸਤੂ ਦਾ ਪ੍ਰਵੇਗ a ਹੈ ਜਦੋਂ ਵਸਤੂ ਦਾ ਵੇਗ ਬਦਲਦਾ ਹੈ। ਹੁਣ ਵਸਤੂ ਦਾ ਬਿੰਦੂ A ਤੇ ਸੰਵੇਗ PIMU ਦੇ ਬਰਾਬਰ ਹੈ। ਵਸਤੂ ਦਾ ਬਿੰਦੂ B ਤੇ ਅੰਤਿਮ ਸੰਵੇਗ PFMV ਦੇ ਬਰਾਬਰ ਹੈ। t ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਡੈਲਟਾ P ਬਰਾਬਰ ਹੈ mv ਮਾਈਨਸ mu ਦੇ। ਇਕਾਈ ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਡੈਲਟਾ P ਨੂੰ ਡੈਲਟਾ T ਨਾਲ ਭਾਗ ਕਰਕੇ mv ਮਾਈਨਸ mu ਨੂੰ t ਨਾਲ ਭਾਗ ਕਰਨ ਦੇ ਬਰਾਬਰ ਹੈ, ਕਿਉਂਕਿ ਇਕਾਈ ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਬਰਾਬਰ 1 ਸੈਕਿੰਡ ਵਿੱਚ ਸੰਵੇਗ ਵਿੱਚ ਪਰਿਵਰਤਨ ਹੈ। ਇਸ ਲਈ ਇਕਾਈ ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਡੈਲਟਾ P ਨੂੰ ਡੈਲਟਾ T ਨਾਲ ਭਾਗ ਕਰਕੇ m ਅਤੇ v ਮਾਈਨਸ u ਦੇ ਗੁਣਨਫਲ ਨੂੰ t ਨਾਲ ਭਾਗ ਕਰਨ ਦੇ ਸਮਾਨ ਹੈ। ਇਹ ਸਮੀਕਰਨ 1 ਨੂੰ ਦਰਸਾ ਰਹੀ ਹੈ, ਕਿਉਂਕਿ ਵਸਤੂ ਦਾ ਪ੍ਰਵੇਗ a ਬਰਾਬਰ v ਮਾਈਨਸ u ਨੂੰ t ਨਾਲ ਭਾਗ ਕਰਨ ਦੇ ਸਮਾਨ ਹੈ। ਇਹ ਸਮੀਕਰਨ 2 ਨੂੰ ਦਰਸਾ ਰਹੀ ਹੈ। ਸਮੀਕਰਨ 2 ਅਤੇ 1 ਦੀ ਵਰਤੋਂ ਕਰਕੇ ਸਾਨੂੰ ਮਿਲਦਾ ਹੈ ਡੈਲਟਾ P ਬਾਈ ਡੈਲਟਾ T ਬਰਾਬਰ ਹੈ m ਗੁਣਾ a। ਇਹ ਸਮੀਕਰਨ 3 ਨੂੰ ਦਰਸਾ ਰਹੀ ਹੈ। ਹੁਣ ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਅਨੁਸਾਰ ਵਸਤੂ ਤੇ ਲੱਗ ਰਿਹਾ ਬਲ ਇਕਾਈ ਸਮੇਂ ਵਿੱਚ ਸੰਵੇਗ ਵਿੱਚ ਪਰਿਵਰਤਨ ਦੇ ਸਮਾਨ ਅਨੁਪਾਤੀ ਹੈ। ਇਸ ਲਈ ਬਲ F ਸਿੱਧਾ ਅਨੁਪਾਤੀ ਹੈ ਸੰਵੇਗ ਵਿੱਚ ਪਰਿਵਰਤਨ ਦੀ ਦਰ ਦੇ, ਜੋ ਡੈਲਟਾ P ਬਾਈ ਡੈਲਟਾ T ਹੈ। ਇਹ ਸਮੀਕਰਨ 4 ਨੂੰ ਦਰਸਾ ਰਹੀ ਹੈ। 3 ਅਤੇ 4 ਦੀ ਤੁਲਨਾ ਕਰਕੇ F ਸਿੱਧਾ ਅਨੁਪਾਤੀ ਹੈ m ਗੁਣਾ a, ਜਾਂ F ਬਰਾਬਰ ਹੈ k ਅਤੇ ma ਦੇ ਗੁਣਨਫਲ ਦੇ ਸਮਾਨ। ਇਹ ਸਮੀਕਰਨ 5 ਨੂੰ ਦਰਸਾ ਰਹੀ ਹੈ। ਇੱਥੇ k ਸਥਿਰ ਅੰਕ ਅਨੁਪਾਤ ਹੈ। ਜੇ ਵਸਤੂ ਦੀ ਪੁੰਜ ਅਤੇ ਪ੍ਰਵੇਗ ਦੀ ਇਕਾਈ 1 ਹੋਵੇ ਤਾਂ k ਬਰਾਬਰ 1 ਹੈ। ਇਹ ਇੱਥੇ ਸਮੀਕਰਨ 6 ਦੇ ਵਿੱਚ ਦਿਖਾਇਆ ਗਿਆ ਹੈ। k ਦੀ ਕੀਮਤ ਸਮੀਕਰਨ 5 ਵਿੱਚ ਭਰ ਕੇ F ਬਰਾਬਰ ma ਹੈ। ਇਸ ਤਰ੍ਹਾਂ ਵਸਤੂ ਤੇ ਲੱਗ ਰਿਹਾ ਬਲ ਪੁੰਜ m ਅਤੇ ਪ੍ਰਵੇਗ a ਦੇ ਗੁਣਨਫਲ ਦੇ ਸਮਾਨ ਹੈ। ਵਿਦਿਆਰਥੀਓ, ਤੁਸੀਂ ਸੰਵੇਗ ਨੂੰ ਉਦਾਹਰਨਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਪੜ੍ਹ ਲਿਆ ਹੈ। ਆਓ ਹੁਣ ਤੱਕ ਪੜ੍ਹੇ ਦਾ ਸਾਰਾਂਸ਼ ਜਾਣੀਏ। ਕਿਸੇ ਵਸਤੂ ਦਾ ਸੰਵੇਗ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਸਮਾਨ ਹੈ। ਸੰਵੇਗ ਦੀ ਮਿਆਰੀ ਇਕਾਈ ਨਿਊਟਨ ਸੈਕਿੰਡ ਹੈ। ਸੰਵੇਗ ਇੱਕ ਵੈਕਟਰ ਰਾਸ਼ੀ ਹੈ। ਕਿਸੇ ਬੰਦ ਸਿਸਟਮ ਵਿੱਚ ਸਾਰੀਆਂ ਵਸਤੂਆਂ ਦਾ ਕੁੱਲ ਸੰਵੇਗ ਵਸਤੂਆਂ ਦੇ ਸੰਵੇਗ ਦੇ ਵੈਕਟਰ ਜੋੜ ਦੇ ਸਮਾਨ ਹੈ। P1i ਜਮਾ P2i ਜਮਾ P3i ਅਤੇ ਇਸੇ ਤਰ੍ਹਾਂ ਬਰਾਬਰ ਹੈ P1f ਜਮਾ P2f ਜਮਾ P3f ਅਤੇ ਇਸੇ ਤਰ੍ਹਾਂ ਜਿੱਥੇ i ਤੋਂ ਭਾਵ ਆਰੰਭਿਕ ਅਤੇ f ਤੋਂ ਭਾਵ ਅੰਤਿਮ ਸੰਵੇਗ ਹੈ। ਕਿਸੇ ਵਸਤੂ ਤੇ ਲੱਗ ਰਿਹਾ ਕੁੱਲ ਬਲ ਸੰਵੇਗ ਵਿੱਚ ਇਕਾਈ ਸਮੇਂ ਵਿੱਚ ਪਰਿਵਰਤਨ ਦੇ ਸਮਾਨ ਅਨੁਪਾਤੀ ਹੈ। ਬਲ F ਸੰਵੇਗ ਵਿੱਚ ਪਰਿਵਰਤਨ ਅਤੇ ਸਮੇਂ ਵਿੱਚ ਪਰਿਵਰਤਨ ਦੇ ਅਨੁਪਾਤ ਦੇ ਸਿੱਧਾ ਅਨੁਪਾਤੀ ਹੈ। ਇਸ ਤਰ੍ਹਾਂ ਅਸੀਂ ਸੰਵੇਗ ਬਾਰੇ ਚੰਗੀ ਤਰ੍ਹਾਂ ਪੜ੍ਹਿਆ ਹੈ। ਹੁਣ ਸਾਡਾ ਅੱਜ ਦਾ ਵਿਸ਼ਾ ਸਮਾਪਤ ਕਰਨ ਦਾ ਸਮਾਂ ਹੈ। ਹੁਣ ਤੁਹਾਡੇ ਲਈ ਇੱਕ ਟੈਸਟ ਹੈ ਤਾਂ ਜੋ ਪਤਾ ਲੱਗੇ ਕਿ ਤੁਸੀਂ ਕੀ ਸਿੱਖਿਆ ਹੈ। ਮੇਰਾ ਪਹਿਲਾ ਪ੍ਰਸ਼ਨ ਹੈ, ਇੱਕ ਸਾਈਕਲ ਸਵਾਰ ਦੀ ਸਾਈਕਲ ਸਮੇਂ ਪੁੰਜ 75 ਕਿਲੋਗ੍ਰਾਮ ਹੈ ਅਤੇ 5 ਮੀਟਰ ਪ੍ਰਤੀ ਸੈਕਿੰਡ ਵੇਗ ਨਾਲ ਚੱਲ ਰਿਹਾ ਹੈ। ਇਸ ਦਾ ਸੰਵੇਗ ਕਿੰਨਾ ਹੈ? ਉੱਤਰ ਹੈ
375 न्यूटन सेकंड। अगला सवाल, इस वस्तु का पुंज 60 किलोग्राम है ਅਤੇ ਇਹ 240 किलोग्राम मीटर प्रति सेकंड ਦੇ संवेग ਨਾਲ ਚੱਲ ਰਹੀ ਹੈ। ਇਸ ਦਾ ਵੇਗ ਪਤਾ ਕਰੋ। ਇਸ ਦਾ ਉੱਤਰ ਹੈ 4 मीटर प्रति सेकंड। एक ਹੋਰ सवाल, एक घोड़ा ਜਦੋਂ 20 मीटर प्रति सेकंड ਦੇ ਵੇਗ ਨਾਲ ਚੱਲਦਾ ਹੈ ਤਾਂ 4000 न्यूटन सेकंड ਦਾ संवेग ग्रहण करता है। घोड़े ਦਾ पुंज पता करो। जवाब है 200 किलोग्राम। सवाल है, एक हिरन ਅਤੇ ਘੋੜਾ ਇੱਕ ਦਿਸ਼ਾ ਵਿੱਚ ਇੱਕ ਹੀ ਵੇਗ ਨਾਲ ਜਾ ਰਹੇ ਹਨ, ਕਿਸ ਦਾ ਸੰਵੇਗ ਵੱਧ ਹੋਵੇਗਾ? ਉੱਤਰ ਹੈ ਘੋੜੇ ਦਾ ਸੰਵੇਗ ਵੱਧ ਹੋਵੇਗਾ। ਅਗਲਾ ਸਵਾਲ, ਇੱਕ 8 ਕਿਲੋਗ੍ਰਾਮ ਪੁੰਜ ਵਿੱਚ 3 ਮੀਟਰ ਪ੍ਰਤੀ ਸੈਕਿੰਡ ਵਰਗ ਦਾ ਪ੍ਰਵੇਗ ਪੈਦਾ ਕਰਨ ਲਈ ਕਿੰਨੇ ਬਲ ਦੀ ਲੋੜ ਹੈ? ਜੇ ਬਲ ਦੁੱਗਣਾ ਹੋਵੇ ਤਾਂ ਵਸਤੂ ਦਾ ਪ੍ਰਵੇਗ ਕਿੰਨਾ ਹੋਵੇਗਾ? ਉੱਤਰ ਹੈ 24 ਨਿਊਟਨ ਅਤੇ ਪ੍ਰਵੇਗ 6 ਮੀਟਰ ਪ੍ਰਤੀ ਸੈਕਿੰਡ ਵਰਗ। ਅਗਲਾ ਸਵਾਲ, ਇੱਕ ਬੰਦੂਕ ਦਾ ਪੁੰਜ 5 ਕਿਲੋਗ੍ਰਾਮ ਹੈ ਅਤੇ ਇਹ 25 ਗ੍ਰਾਮ ਦੀ ਗੋਲੀ ਨੂੰ 108 ਕਿਲੋਮੀਟਰ ਪ੍ਰਤੀ ਘੰਟਾ ਦੇ ਵੇਗ ਨਾਲ ਸੁੱਟਦੀ ਹੈ। ਬੰਦੂਕ ਦਾ ਪਿੱਛੇ ਵੱਲ ਵੇਗ ਪਤਾ ਕਰੋ। ਉੱਤਰ ਹੈ 0.15 ਮੀਟਰ ਪ੍ਰਤੀ ਸੈਕਿੰਡ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਅੱਜ ਦੇ ਪਾਠ ਨੂੰ ਵਧੀਆ ਢੰਗ ਨਾਲ ਸਮਝਣ ਤੋਂ ਬਾਅਦ ਹੁਣ ਇਮਤਿਹਾਨ ਵਿੱਚ ਚੰਗੇ ਅੰਕ ਪ੍ਰਾਪਤ ਕਰੋਗੇ। ਇਸ ਪਾਠ ਵਿੱਚ ਧਿਆਨ ਦੇਣ ਲਈ ਧੰਨਵਾਦ। ਅਗਲੀ ਵਾਰ ਇੱਕ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ।